झा लागे उठ नाम जप निस्बा सूर्या रात कारा तुझे न व्यापई नानक मिटै उपात सोए सुनंदड़ी मेरा तन मन मौला नाम जपंदड़ी लाली पंद जुलंदड़ी मेरा अंदर ठंडा गुर दर्शन देख निहाली सतनाम वाहिगुरु साहिब जियो बिलावल महला पहला थिती कर दसवां जत एक ओंकार सतगुर प्रसाद एकम एकंकार निराला अमर अजूनी जात न जाला एकम एकंकार निराला अमर अजूनी जात न जाला आगम अगोचर रूप ना रेखिया खोजत खोजत घट घट देखिया जो देख दिखावे तिसको बल जाई गुर प्रसाद परम पद पाई क्या जप जापो बिन जगदीसै गुर कै शब्द महल घर दीसै रहाओ दूजै पाए लगे पछुताने जमदर बाधे आवण जाने क्या ले आवें क्या ले जाहें सिरजम काल से चोटां खाहें बिन गुर शब्द न छूट सुख होए पाखंड कीनै मुक्त ना होए बिन गुर शब्द न छूट सुख होए पाखंड कीनै मुक्त ना होए। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी गुरु पातशाह जी दी अपार बख्शिश चढ़दी सवेर गुरु दरबार हाजिर होने का सुभाग है। आप सत्संगी बने हो। अजे हुणे गुरबाणी कीर्तन आसा की वार इस मुकामी कीर्ति दे नाल आप सांझ पा रहे सी। ये समा गुरबाणी व्याख्यान दा है जिस विच लड़ीवार रूप अंदर जो रचना विचार रहे हाँ। राग बिलावल चल रहा है। राग बिलावल दे विच अगलेरी बाणी जिदा सिरनावा थिती बनता है वो अज तो प्रारंभ हो रही है। इस पावन बाणी दे विच टोटल 20 बंद ने। एक रहाओ दा पदा है पर क्योंकि समा सीमित होंदा इस करके 2 बंद ते रहाओ दा पदा आपने सरवण कीता है। जिवें समा इजाजत देगा उहदे मुताबिक असीं तकरीर विचार करांगे। सिरनावे ते चाहत है
ਉਪਰੰਤ ਮੁੱਖ ਸੰਦੇਸ਼ ਜਿਹਨੂੰ ਅਸੀਂ ਰਹਾਉ ਦਾ ਬੰਦ ਕਹਿੰਦੇ ਹਾਂ। ਸਾਹਿਬ ਦਾ ਜਿਸ ਪਾਵਨ ਬਾਣੀ 'ਚ ਸਿਰਨਾਵਾਂ ਬਿਲਾਵਲ ਮਹਲਾ ਪਹਿਲਾ ਥਿਤੀ ਘਰ ਦਸਵਾਂ ਜਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਲਾਵਲ ਵਿੱਚ ਗੁਰੂ ਨਾਨਕ ਪਾਤਸ਼ਾਹ ਦੁਆਰਾ ਪਹਿਲੇ ਜਾਮੇ ਦੇ ਵਿੱਚ ਉਚਰਿਤ ਕੀਤੀ ਗਈ ਇਹ ਮੁਕਾਮੀ ਸੰਦੇਸ਼ਮਈ ਬਾਣੀ ਹੈ। ਸਿਰਨਾਵਾਂ ਥਿਤੀ ਜ਼ਰੂਰ ਸਾਡੇ ਬਜ਼ੁਰਗਵਾਰ ਸਾਰੇ ਜਾਣਦੇ ਨੇ ਕਿ ਸਮੇਂ ਦੀ ਮਪਾਇਸ਼ ਦੇ ਦੋ ਢੰਗ ਨੇ। ਇੱਕ ਸੂਰਜ ਦੀ ਚਾਲ ਜਿਹਨੂੰ ਅਸੀਂ ਸੰਕਰਾਂਤ ਦੇ ਰੂਪ ਵਿੱਚ ਵੇਖਦੇ ਹਾਂ, ਸੂਰਜ ਦੀਆਂ ਰਾਸਾਂ ਬਦਲਦੀਆਂ ਨੇ। ਸਿੰਪਲ ਅੱਜ ਦੇ ਮਾਹੌਲ ਦੇ ਵਿੱਚ ਕਹਿਣਾ ਹੋਏ ਤੇ ਜਿਹੜੇ ਜਾਰਜੀਅਨ ਤੇ ਲੂਨਰ ਕੈਲੰਡਰਸ ਨੇ, ਇਹ ਦੋ ਉਸ ਰੂਪ ਵਿੱਚ ਸਮੇਂ ਦੀ ਮਪਾਇਸ਼ ਦੇ ਪੁਰਾਣੇ ਸਾਧਨ ਰਹੇ ਨੇ। ਚੰਦਰਮਾ ਦੀ ਚਾਲ ਮੁਤਾਬਕ ਤੇ ਸੂਰਜ ਦੀ ਚਾਲ ਮੁਤਾਬਕ ਸਮੇਂ ਦੀ ਮਪਾਇਸ਼ ਕਰਨੀ ਇਸ ਰੂਪ ਦੇ ਵਿੱਚ। ਚੰਦਰਮਾ ਦੀ ਚਾਲ ਮੁਤਾਬਕ ਜਿਹੜੀ ਮਪਾਇਸ਼ ਕਰਨੀ ਇਹ ਥੋੜ੍ਹੀ ਆਸਾਨ ਹੁੰਦੀ ਸੀ, ਕਿਉਂਕਿ ਚੰਦਰਮਾ ਇੱਕ ਵਾਰੀ ਵੱਧਦਾ ਹੈ, ਇੱਕ ਵਾਰੀ ਘਟਦਾ ਹੈ। ਸਿੰਪਲ, ਇੱਕ ਵਾਰੀ ਪੁੰਨਿਆ ਆਉਂਦੀ ਹੈ, ਇੱਕ ਵਾਰੀ ਮੱਸਿਆ ਆਉਂਦੀ ਹੈ। ਸੋ ਇਸੇ ਕਰਕੇ ਸਾਡੇ ਉਸ ਖਿੱਤੇ ਦੇ ਵਿੱਚ ਜਿਹੜੇ ਲੂਨਰ ਰਿਲੇਟਡ ਕੈਲੰਡਰ ਸੀਗੇ ਚੰਦਰਮਾ ਲਈ ਚਾਲ ਦੇ ਨਾਲ, ਉਹ ਜ਼ਿਆਦਾ ਮਕਬੂਲ ਹੋਏ, ਜਿਵੇਂ ਵਿਕਰਮੀ ਕੈਲੰਡਰ ਹੈਗਾ। ਪਰ ਇਹਦੇ ਵਿੱਚ ਜਿਹੜੀ ਥਿਤ ਹੁੰਦੀ ਹੈ ਇਹ ਅਮੂਮਨ 14 ਤੋਂ 15 ਦਿਨਾਂ ਦੇ ਵਿੱਚ ਕਾਊਂਟ ਕੀਤੀ ਜਾਂਦੀ ਹੈਗੀ ਹੈ। ਜਦੋਂ ਜਿਹੜਾ ਇੱਕ ਹਨੇਰੇ ਦਾ ਤੇ ਇੱਕ ਚਾਨਣੇ ਦਾ ਦੋ ਥਿੱਤਾਂ ਆਉਂਦੀਆਂ ਨੇ ਇਸ ਰੂਪ ਵਿੱਚ। ਸੋ ਮਹਾਰਾਜ ਜੀ ਨੇ ਜਦੋਂ ਗੁਰਬਾਣੀ ਦਾ ਸੰਦੇਸ਼ ਸਾਡੇ ਵਾਸਤੇ ਉਚਰਿਤ ਕੀਤਾ ਹੈ, ਇਸ ਬਾਣੀ ਦੇ ਸੰਦੇਸ਼ ਦੇ ਵਿੱਚ ਬਾਬਾ ਜੀ ਨੇ ਮੋਸਟਲੀ ਜਿਹੜੇ ਸਮੇਂ ਨੂੰ ਮਾਪਣ ਵਾਲੇ ਢੰਗ ਤਰੀਕੇ ਨੇ ਉਹਨਾਂ 'ਤੇ ਬਹੁਤ ਜ਼ੋਰ ਦਿੱਤਾ, ਬੜਾ ਐਮਫਸਾਈਜ਼ ਕੀਤਾ ਹੈਗਾ। ਇਹਦਾ ਰੀਜ਼ਨ ਅਸੀਂ ਬਾਣੀ 'ਚ ਇਹ ਸ਼ਬਦ ਪੜ੍ਹਦੇ ਹਾਂ, ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਇਨਸਾਨ ਨੂੰ ਅਸੀਂ ਇਨਸਾਨ ਕਹਿੰਦੇ ਹਾਂ, ਐਕਚੁਅਲ ਲੈਵਲ 'ਤੇ ਇਨਸਾਨ ਹੈ ਕੀ ਹੈ ਕਿ ਇੱਕ ਕਲਬੂਤ ਨੂੰ ਜਨਮ ਤੋਂ ਮਰਨ ਦੇ ਦਰਮਿਆਨ ਦਾ ਸਮਾਂ ਮਿਲਦਾ ਹੈ। 5 ਤੱਤ ਇਕੱਠੇ ਹੁੰਦੇ ਨੇ ਤੇ ਉਹਨੂੰ ਕੁਝ ਟਾਈਮ ਪ੍ਰੋਵਾਈਡ ਕਰਦੀ ਮਦਰ ਨੇਚਰ। ਜਦੋਂ ਬੰਦਾ ਮਨੁੱਖ ਦੇ ਰੂਪ ਵਿੱਚ ਧਰਤੀ 'ਤੇ ਵਿਚਰਦਾ ਹੈ, ਅਕਸਰ ਅਸੀਂ ਇਹ ਗੱਲ ਕਹਿ ਦਿੰਦੇ ਹਾਂ, ਮੈਂ ਬੜਾ ਜ਼ਿੰਦਾ ਦਿਲ ਬੰਦਾ ਵਾਂ, ਫਲਾਣਾ ਬੜਾ ਜ਼ਿੰਦਾ ਦਿਲ ਬੰਦਾ, ਫਲਾਣਾ ਜ਼ਿੰਦਗੀ ਨੂੰ ਬੜਾ ਪਿਆਰ ਕਰਦਾ ਹੈਗਾ। ਇਹਦਾ ਪਤਾ ਕਿਵੇਂ ਲੱਗੇਗਾ? ਐਕਚੁਅਲ ਲੈਵਲ 'ਤੇ ਜ਼ਿੰਦਾ ਦਿਲ ਹੋਣ ਦਾ ਮਤਲਬ, ਜ਼ਿੰਦਗੀ ਨੂੰ ਖੁਸ਼ਾਮਦੀਦ ਕਹਿਣ ਦਾ ਮਤਲਬ ਇਹ ਹੈਗਾ ਬੰਦਾ ਸਮੇਂ ਨੂੰ ਪਿਆਰ ਕਰਦਾ ਹੈ, ਸਮਾਂ ਨਹੀਂ ਅਜਾਈਂ ਗਵਾਉਂਦਾ। ਜਿਹੜਾ ਇਨਸਾਨ ਵਾਕਿਆ 'ਚ ਇਨਸਾਨੀਅਤ ਕੰਮ ਨਿਭਾਉਣਾ ਚਾਹੁੰਦਾ ਹੈ, ਸਭ ਤੋਂ ਬੇਸ਼ਕੀਮਤੀ ਚੀਜ਼ ਪ੍ਰੀਸ਼ੀਅਸ, ਜਿਸ ਕਲਚਰ 'ਚ ਅੱਜ ਅਸੀਂ ਰਹਿ ਰਹੇ ਹਾਂ, ਇਸ ਕਲਚਰ 'ਚ ਇਹ ਕਿਹਾ ਜਾਂਦਾ ਹੈ ਟਾਈਮ ਇਜ਼ ਮਨੀ। ਮੈਂ ਕਹਿੰਦਾ ਇਹ ਅੰਡਰ ਸਟੇਟਮੈਂਟ ਹੈ, ਇਹ ਪ੍ਰੋਪਰ ਸਟੇਟਮੈਂਟ ਨਹੀਂ ਹੈਗੀ। ਟਾਈਮ ਇਜ਼ ਅਵੇ ਮੋਰ ਦੈਨ ਮਨੀ। ਜਿੰਨੀ ਮਰਜ਼ੀ ਮਨੀ ਖਰਚ ਲਓ, ਟਾਈਮ ਥੋੜ੍ਹਾ ਮਿਲ ਜਾਣਾ ਹੈ। ਸਮੇਂ ਨੂੰ ਤੁਸੀਂ ਬਣਾ ਨਹੀਂ ਸਕਦੇ, ਤੁਸੀਂ ਇਹਨੂੰ ਰਿਵਾਈਂਡ ਨਹੀਂ ਕਰ ਸਕਦੇ। ਤੁਸੀਂ ਸਿਰਫ ਇੰਨਾ ਹੀ ਕਰ ਸਕਦੇ ਹੋ, ਜੋ ਕੋਲ ਆ ਉਹਨੂੰ ਸਾਂਭ ਲਓ, ਅਦਰਵਾਈਜ਼ ਇਹਨੇ ਹੱਥੋਂ ਛੁੱਟ ਜਾਣਾ ਹੈ। ਅਸੀਂ ਜਗਤ ਪ੍ਰਸਿੱਧ ਆਪਣੇ ਘਰ ਦੇ ਮਹਾਨ ਸਕਾਲਰ ਭਾਈ ਵੀਰ ਸਿੰਘ ਜੀ ਦੀ ਰਚਨਾ ਅਕਸਰ ਪੜ੍ਹਦੇ ਹੁੰਦੇ ਹਾਂ ਵੀ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਕਿਸੇ ਸਾਹਮਣੇ ਤਰਲਾ ਮਿੰਨਤ ਕਰੋਗੇ, ਕੋਈ ਮੰਨ ਜਾਏਗਾ ਵੀ ਚਲੋ ਇੰਨੀ ਮਿੰਨਤ ਕਰ ਰਿਹਾ, ਰੋ ਰਿਹਾ, ਵਿਲਕ ਰਿਹਾ, ਦੀ ਗੱਲ ਸੁਣ ਲਵਾਂ। ਭਾਈ ਸਾਹਿਬ ਕਹਿੰਦੇ ਸਮਾਂ ਵਿਲਕਣਾ ਨਹੀਂ ਸੁਣਦਾ, ਸਮਾਂ ਕਿਸੇ ਦੇ ਤਰਲੇ ਨਹੀਂ ਸੁਣਦਾ। ਇਸ ਕਰਕੇ ਇਹਦੇ ਨਾਲ ਤੇ ਪ੍ਰੋਪਰਲੀ, ਜਿਹਨੂੰ ਕਿਹਾ ਜਾਏ ਸਹੀ ਮੈਨਰਸ ਦੇ ਵਿੱਚ ਪੇਸ਼ ਆਉਣਾ ਹੀ ਬਣਦਾ ਹੈ। ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ ਸਮੇਂ ਖਸਕਾਈ ਕਰਨੀ। ਤੁਸੀਂ ਘੜੀ ਦੀਆਂ ਸੂਈਆਂ ਤੇ ਫੜ ਲੋਗੇ, ਉਹਨਾਂ ਨੂੰ ਤੇ ਰੋਕ ਲੋਗੇ, ਪਰ ਸਮਾਂ ਥੋੜਾ ਰੋਕ ਲਾਂਗੇ। ਸਮਾਂ ਤੇ ਆਪਣੀ ਜਾਚੇ ਆਪ ਮੁਹਾਰੇ ਰੂਪ ਦੇ ਵਿੱਚ ਚੱਲ ਰਿਹਾ ਹੈ। ਉਹ ਕਹਿੰਦੇ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਭਾਈ ਭੰਨੀ। ਜਿਹੜੀ ਅਟਕ ਵੀ ਪਾਈ, ਰੋਕ ਵੀ ਪਾਈ ਉਹਦੇ ਰਾਹ ਦੇ ਵਿੱਚ ਵੀ ਸਮਾਂ ਰੁਕ ਜੇ, ਕਹਿੰਦੇ ਸਮਾਂ ਕਿੱਥੇ, ਮੂੰਹ ਜ਼ੋਰ ਸਮਾਂ ਹੈ, ਇਹ ਆਪਣੇ ਆਪ ਮੁਹਾਰੇ ਲੰਘਦਾ ਹੈ। ਗੁਰੂ ਸਾਹਿਬ ਸਮੇਂ ਦੀ ਇਸ ਚਾਲ, ਇਸ ਬੰਤਰ, ਇਸ ਜਿਹੜਾ ਉਹਦਾ ਲਗਾਤਾਰ ਕੰਸਿਸਟੈਂਟਲੀ ਵਗਣਾ ਚੱਲਣਾ ਹੈ ਇਸ ਰੂਪ ਦੇ ਵਿੱਚ, ਉਹਦੇ ਵੱਲ ਸਾਡਾ ਧਿਆਨ ਦਿਵਾਉਂਦੇ। ਇਹਨੂੰ ਅਸੀਂ ਲਿਟਰਲੀ ਤੌਰ 'ਤੇ ਸ਼ਬਦਾਂ 'ਚ ਇਸ ਤਰ੍ਹਾਂ ਪੜ੍ਹਦੇ ਹਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ,
ਮਿਥਿਆ ਮੋਹ ਬੰਧੈ ਨਿਤ ਪਾਰਛ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਹੁਣ ਬਚਨ ਆਇਆ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਮਿਸਾਲ ਇਹਨੂੰ ਇਸ ਲੈਵਲ ਤੇ ਲੈ ਲਈ ਜਾਏ ਕਿ ਅਸੀਂ ਅਕਸਰ ਨਿਆਗਰਾ ਫਾਲ ਜਾਂਦੇ ਹਾਂ, ਕੋਈ ਮਿੱਤਰ ਸੱਜਣ ਮਿਲਣ ਲਈ ਆਵੇ ਬਾਹਰੋਂ, ਤੇ ਪਹਿਲੀ ਇਹੀ ਹੁੰਦੀ ਹੈ ਵੀ ਉਹਨੂੰ ਵਰਲਡ ਦਾ ਇੱਕ ਅਜੂਬਾ, ਇੱਕ ਜਿਹੜਾ ਹੈਗਾ ਅਮੇਜ਼ਡ ਕਰ ਦੇਣ ਵਾਲਾ ਪਲੇਸ ਹੈ ਨਿਆਗਰਾ ਫਾਲ, ਉਹਨੂੰ ਵਿਖਾ ਕੇ ਲਿਆਉਂਦੇ ਆ। ਉਸ ਫਾਲ 'ਤੇ ਜਾਓ ਤੁਸੀਂ, ਫਾਲ ਦੇ ਉੱਤੇ ਪਾਣੀ ਇੰਨੀ ਰਫਤਾਰ ਨਾਲ ਆ ਲਿਆ, ਵਾਹੋ ਤਾਹੀ, ਅਤੇ ਝਰਨੇ ਤੋਂ ਇਸ ਰੂਪ 'ਚ ਡਿੱਗ ਰਿਹਾ ਥੱਲੇ। ਤੁਸੀਂ ਚਾਹ ਕੇ ਵੀ ਉਹਦੀ ਜਿਹੜੀ ਰਫਤਾਰ ਆ, ਆਵਾਜ਼ ਆ, ਉਹਦਾ ਫਲੋ ਆ, ਉਹਨੂੰ ਨਾ ਵੇਖਣ ਤੋਂ ਰਹਿ ਨਹੀਂ ਸਕਦੇ। ਉੱਥੇ ਪਤਾ ਲੱਗਦਾ ਸਮਾਂ, ਇਹ ਜਿਹੜਾ ਪਾਣੀ ਹੈ ਚੱਲ ਰਿਹਾ, ਇਹ ਪਾਣੀ ਇਸ ਰੂਪ ਦੇ ਵਿੱਚ ਮੂਵ ਹੋ ਰਿਹਾ ਹੈਗਾ। ਠੀਕ ਇਸੇ ਹੀ ਜਿਹੜਾ ਹੈਗਾ ਜਦੋਂ ਫਾਲ ਡਿੱਗ ਜਾਂਦੀ ਥੱਲੇ, ਜਿਹਦਾ ਰਿਵਰ ਦਾ ਫਲੋ ਚੱਲਦਾ, ਥੋੜ੍ਹਾ ਅੱਗੇ ਕੋਈ 10-15 ਕਿਲੋਮੀਟਰ ਥੱਲੇ ਜਾ ਕੇ, ਜਦੋਂ ਟ੍ਰੇਲ ਤੋਂ ਥੱਲੇ ਉਤਰ ਕੇ ਫਿਰ ਪਾਣੀ ਦੇਖੋਗੇ ਜਿੱਥੇ ਉਹ ਹਾਈਡ੍ਰੋਲਿਕਸ ਲੱਗੇ ਨੇ ਸਾਰੇ, ਉੱਥੇ ਜਾ ਕੇ ਜੇ ਤੁਸੀਂ ਇੱਕ ਸਰਸਰੀ ਜੀ ਨਜ਼ਰ ਮਾਰੋ ਨਾ, ਐਵੇਂ ਤੁਹਾਨੂੰ ਇੰਝ ਲੱਗਦਾ ਹੈ ਕੋਈ ਛੋਟਾ ਜਿਹਾ ਕੋਈ ਪੱਤਾ ਤੋੜ ਕੇ, ਤੀਲਾ ਤੋੜ ਕੇ ਪਾਣੀ 'ਤੇ ਰੱਖ ਦਿਓ, ਅਤੇ ਕੋਈ 20-25 ਮਿੰਟ ਬਾਅਦ ਦੁਬਾਰਾ ਉਸ ਪੱਤੇ 'ਤੇ, ਉਸ ਜਿਹੜਾ ਤੀਲੇ 'ਤੇ ਝਾਤ ਮਾਰੋ, ਤੇ ਪਤਾ ਲੱਗੇਗਾ ਉਹ ਨਹੀਂ, ਪਾਣੀ ਮੂਵ ਕਰ ਰਿਹਾ ਹੈ। ਪੱਤਾ ਇੱਥੇ ਰੱਖਿਆ ਸੀ, ਉਹ ਉੱਥੇ ਚਲਾ ਗਿਆ, ਪਰ ਇਹਦਾ ਮੂਵ ਕਰਨਾ ਇੰਨਾ ਨੈਚੁਰਲ ਹੈ, ਇੰਨਾ ਸਲੋ ਆ, ਪਤਾ ਹੀ ਨਹੀਂ ਲੱਗਦਾ। ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਇਸੇ ਤਰ੍ਹਾਂ ਬਤੀਤ ਹੋ ਜਾਂਦੀ ਹੈ। ਅੱਜ ਦਿਨ ਆਇਆ, ਸੋਚਦੇ ਹਾਂ ਕੱਲ੍ਹ ਵਰਗਾ ਹੀ ਦਿਨ ਸੀਗਾ। ਸੱਚਾਈ ਇਹ ਹੈ, ਕੱਲ੍ਹ ਵਰਗਾ ਨਹੀਂ, ਅੱਜ ਨਵਾਂ ਦਿਨ ਹੈ। ਅੱਜ ਵਾਲਾ ਦਿਨ ਮੁੜ ਕੇ ਨਹੀਂ ਆਉਣਾ। ਅੱਜ ਗੁਜ਼ਰ ਜਾਣਾ ਹੈ, ਕੱਲ ਫਿਰ ਸੋਚਣਾ ਸੇਮ ਦਿਨ ਆ ਗਿਆ। ਨਹੀਂ, ਇਹ ਹੈ ਬਹਿਤੀ ਜਾਤ, ਜ਼ਿੰਦਗੀ ਦੀ ਦਰਿਆ, ਜ਼ਿੰਦਗੀ ਦੀ ਰਿਵਰ ਜਿਹੜੀ ਇਸ ਰੂਪ ਵਿੱਚ ਵਹਿੰਦੀ ਤੁਰੀ ਲੱਗੀ ਜਾ ਰਹੀ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਜੇ ਬਹੁਤ ਗਹਿਰੀ ਨਜ਼ਰ ਪਾਵਾਂਗੇ ਤਾਂ ਪਤਾ ਲੱਗੇਗਾ ਦਰਿਆ ਵਗ ਰਿਹਾ ਹੈ, ਨਹਿਰ ਵਗ ਰਹੀ ਹੈ। ਨਹੀਂ ਤੇ ਮਿੱਥਿਆ ਮੋਹ ਬੰਧੈ ਨਿਤ ਪਾਰਛ। ਬੰਦਾ ਮਿੱਥਿਅਕ ਚੀਜ਼ਾਂ ਦੀ ਫਿਕਰਮੰਦਗੀ ਦੇ ਵਿੱਚ ਰਾਤ ਦਿਨ ਮਰੀ ਜਾਂਦਾ। ਹਾਲਾਂਕਿ ਜੀਵਨ ਬੇਸ਼ਕੀਮਤੀ ਚੀਜ਼ ਆ, ਇਹਦੇ ਬਾਰੇ ਬੰਦੇ ਨੂੰ ਸੋਚਣਾ ਚਾਹੀਦਾ। ਬੰਦਾ ਆਲੇ ਦੁਆਲੇ ਬਾਰੇ ਸੋਚ ਰਿਹਾ ਵੀ ਉਹ ਕਿਤੇ ਕੋਈ ਛੋਟਾ ਮੋਟਾ ਕਾਰੋਬਾਰ ਨਾ ਘੱਟ ਵੱਧ ਜਾਏ, ਕੋਈ ਪਤਾ ਨਹੀਂ ਕੋਈ ਸੰਸਾਰ ਦੇ ਵਿੱਚ ਕੋਈ ਕਿਸੇ ਕਿਸਮ ਦੀ ਮੇਰੀ ਪੋਜੈਸ਼ਨ ਨਾ ਚਲੀ ਜਾਏ। ਸੋ ਇੱਕ ਮਿੱਥਿਅਕ ਜੀਆਂ ਚੀਜ਼ਾਂ ਦੇ ਮਗਰ ਭੱਜ ਕੇ ਇਸ ਬੇਸ਼ਕੀਮਤੀ ਖਜ਼ਾਨੇ ਨੂੰ ਲੁਟਾ ਰਿਹਾ ਹੈਗਾ। ਇਸ ਕਰਕੇ ਬਾਬਾ ਜੀ ਨੇ ਸਾਨੂੰ ਇਸ ਜ਼ਿੰਦਗੀ ਦੇ ਬਾਰੇ ਅਵੇਅਰ ਕੀਤਾ, ਸਮੇਂ ਬਾਰੇ ਅਵੇਅਰ ਕੀਤਾ। ਸਮੇਂ ਦੇ ਮੋਸਟਲੀ ਰੂਪਾਂ ਦਾ ਜ਼ਿਕਰ ਬਾਣੀ ਵਿੱਚ ਮਿਲਦਾ ਹੈਗਾ। ਆਪਾਂ ਉੱਪਰਲੇ ਪਾਏ ਤੋਂ ਸ਼ੁਰੂ ਕਰੀਏ ਤੇ 12 ਮਾਹ 2 ਮਹਾਰਾਜ ਨੇ ਰਚੇ ਨੇ। ਇੱਕ ਤੁਖਾਰੀ ਦੇ ਵਿੱਚ ਆ, ਇੱਕ ਮਾਂਝ ਦੇ ਵਿੱਚ ਆ, ਆਪ ਪੜ੍ਹਦੇ ਹੈਗੇ ਹੋ। ਥਿੱਤੀ ਦੂਸਰੇ ਲੈਵਲ ਤੇ ਆਉਂਦਾ, ਇਹ ਬਾਣੀ ਮਹਾਰਾਜ ਨੇ ਲਿਖੀ ਹੈਗੀ ਹੈ। ਇਸ ਤੋਂ ਬਾਅਦ ਤੁਸੀਂ ਸਤਵਾਰਿਆਂ ਦੀ ਬਾਣੀ ਪੜ੍ਹਦੇ ਹੋ, ਫਿਰ ਤੁਸੀਂ ਦਿਨ ਰੈਣ ਦੀ ਬਾਣੀ ਪੜ੍ਹਦੇ ਹੋ, ਫਿਰ ਤੁਸੀਂ ਪੈਰਿਆਂ ਦੀ ਬਾਣੀ ਪੜ੍ਹਦੇ ਹੋ। ਫਿਰ ਇਸ ਤੋਂ ਬਿਨਾਂ ਬਾਣੀ ਦੇ ਵਿੱਚ ਤੁਸੀਂ ਜ਼ਿਕਰ ਦੇਖੋ, ਸੋਹਿਲਾ ਸਾਹਿਬ ਇਕੱਲਾ ਪੜ੍ਹੋ, ਉਹਦੇ ਵਿੱਚ ਅਸੀਂ ਬਚਨ ਪੜ੍ਹਦੇ ਹੈਗੇ ਆ ਕਿ ਵਿਸੂਏ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਹੁਣ ਵਿਸੂਏ ਚੱਸਿਆਂ ਘੜੀਆਂ ਪਹਿਰਾਂ ਇਹ ਸਮੇਂ ਦੇ ਪੁਰਾਣੇ ਮਾਪਣ ਦੇ ਸਰੂਪ ਨੇ। ਸਮਪਾਇਸ਼ ਦੀ ਜਿਹੜੀ ਸਰੂਪਤਾ ਹੈ, ਅੱਜ ਕੱਲ੍ਹ ਤੇ ਵੈਸਟਰਨਾਈਜ਼ ਵਰਲਡ ਦੇ ਵਿੱਚੋਂ ਮਸ਼ੀਨੀਕਰਨ ਹੋ ਗਿਆ ਤੇ ਸਾਡੇ ਕੋਲ ਆਹ ਕਲੌਕਸ ਆ ਗਈਆਂ, ਘੜੀਆਂ ਆ ਗਈਆਂ। ਸਮੇਂ ਦੀ ਮਪਾਇਸ਼ ਸੈਕਿੰਡਾਂ, ਮਿੰਟਾਂ ਤੇ ਫਿਰ ਆਵਰਸ ਦੇ ਨਾਲ ਹੋਣੀ ਸ਼ੁਰੂ ਹੋ ਗਈ। ਸਾਡੇ ਘਰ ਦੇ ਵਿੱਚ ਸਮੇਂ ਦੀ ਮਪਾਇਸ਼ ਥੋੜ੍ਹੀ ਜਿਹੀ ਡਿਫਰੈਂਟ ਸੀਗੀ। ਸਮੇਂ ਦੀ ਮਪਾਇਸ਼ ਸਾਡੀ ਹੁੰਦੀ ਸੀਗੀ, ਜਿਵੇਂ ਤੁਸੀਂ ਇੱਕ ਪੂਰੀ ਬਾਣੀ ਪੜ੍ਹਦੇ ਹੋ ਫੁਨਹੇ। ਹੁਣ ਫੁਨਹੇ ਦਾ ਮਤਲਬ ਕੀ ਹੁੰਦਾ? ਵੈਸੇ ਫੁਨ ਦਾ ਮਤਲਬ ਹੁੰਦਾ ਦੁਬਾਰਾ, ਰੈਪੀਟੀਸ਼ਨ ਦੇ ਵਿੱਚ। ਸਾਡੇ ਸਾਰੇ ਸਰੀਰ ਦੇ ਵਿੱਚ ਸਭ ਤੋਂ ਵੱਧ ਰੈਪੀਟੀਸ਼ਨ ਕਿਹੜੀ ਚੀਜ਼ ਕਰਦੀ ਹੈ? ਸਾਡੀ ਅੱਖ ਦੀ ਪਲਕ। ਫੁਨ ਹੈ, ਇਸੇ ਕਰਕੇ ਕਿਹਾ ਜਾਂਦਾ ਹੈ ਫੋਰ ਜਾਂ ਇੱਕ ਫੁਨ, ਇਸ ਰੂਪ ਦੇ ਵਿੱਚ। ਮਹਾਰਾਜ ਨੇ ਇਹ ਵੀ ਬਾਣੀ ਲਿਖੀ ਫੁਨ ਹੈ। ਸਮਾਂ ਸਾਡੇ ਕੋਲੋਂ ਪਤਾ ਕਿਵੇਂ ਲੰਘਦਾ ਹੈ? ਜਿਵੇਂ ਅੱਖ ਦੀ ਬਲਿੰਕ ਹੁੰਦੀ ਹੈ, ਇਸ ਤਰੀਕੇ ਦੇ ਨਾਲ। ਬਸ ਸਪੋਜ਼ ਕਰੋ ਕੋਈ ਚੀਜ਼ ਬੰਦੇ ਦੇ ਕੋਲੋਂ ਗੁਜ਼ਰੇ, ਬੰਦਾ ਕਹੇ ਪਤਾ ਹੀ ਨਹੀਂ ਲੱਗਾ। ਮਤਲਬ ਜਿੰਨੀ ਦੇਰ ਤੱਕ ਤੁਸੀਂ ਅੱਖ ਬਲਿੰਕ ਕੀਤੀ ਨਾ ਇਸ ਤਰੀਕੇ ਦੇ ਨਾਲ, ਉਹਨੇ 'ਚ ਚੀਜ਼ ਪਾਸ ਹੋ ਗਈ। ਜ਼ਿੰਦਗੀ ਐਵੇਂ ਹੀ ਲੰਘ ਜਾਂਦੀ ਹੈ। ਬੰਦੇ ਨੂੰ ਲੱਗਦਾ ਹੈ ਕਿ ਇਹ ਬੜੀ ਲੰਮੀ ਹੈ, ਬੜਾ ਉਸ ਰੂਪ ਦੇ ਵਿੱਚ ਆ, ਜਾਂਦੀ ਫੁਨਹਾ ਕਰਕੇ, ਇੱਕ ਫੋਰ ਕਰਕੇ ਹੀ ਹੈ। ਪਰ ਇਸ ਤਰੀਕੇ ਨਾਲ ਜਿਹੜੀ ਗ੍ਰੈਜੂਅਲੀ ਮੂਵ ਕਰਦੀ ਹੈ,
ਅਸੀਂ ਅਹਿਸਾਸ ਵੀ ਨਹੀਂ ਕਰ ਸਕਦੇ। ਪਰ ਸਾਡੇ ਪੁਰਾਣੇ ਸਰੂਪਾਂ ਦੇ ਵਿੱਚ ਜਿਹੜਾ ਸਮੇਂ ਦੇ ਮਾਪਣ ਦੇ ਵਿੱਚ ਫੁਨਹਾ ਸਭ ਤੋਂ ਛੋਟੀ ਸਮੇਂ ਦੀ ਇਕਾਈ ਸੀਗੀ। ਅੱਖ ਦੇ ਫੋਰਾਂ ਤੋਂ ਸਮੇਂ ਦੀ ਮਪਾਇਸ਼ ਸ਼ੁਰੂ ਹੁੰਦੀ ਹੈ। ਇਹਦੇ ਬਾਬਤ ਜਦੋਂ ਅਸੀਂ ਪੜ੍ਹੀਏ ਵਿਸਵੇ ਚੱਸਿਆਂ ਘੜੀਆਂ ਪਹਿਰਾਂ, ਤੇ ਜ਼ਿਕਰ ਇਹ ਮਿਲਦਾ ਹੈ ਕਿ ਉੱਪਰਲੀ ਪਲਕ ਨੀਚੇ ਵਾਲੀ ਪਲਕ ਨੂੰ 15 ਵਾਰ ਛੂਏ ਇਸ ਤਰੀਕੇ ਦੇ ਨਾਲ, ਤੇ ਇੱਕ ਵਿਸਾ ਬਣਦਾ ਹੈ। 15 ਫੁਨਹਿਆਂ ਦਾ ਇੱਕ ਵਿਸਾ ਹੈ। 15 ਵਿਸੇ ਇਕੱਠੇ ਹੋਣ ਇੱਕ ਚਸਾ ਬਣਦਾ ਹੈ। 30 ਚਸੇ ਇਕੱਠੇ ਹੋਣ ਤੇ ਇੱਕ ਪਲ ਬਣਦਾ ਹੈ। ਬੰਦਾ ਕਹਿੰਦਾ ਨਹੀਂ ਵੀ ਬਸ ਪਲਕ ਰੁਕ ਮੈਂ ਆਇਆ, ਇੱਕ ਪਲ 'ਚ ਇਹ ਹੈ 15 ਅੱਖ ਦੇ ਫੋਰ ਇੱਕ ਵਿਸਾ, ਜਿਹੜੇ 15 ਵਿਸੇ ਨੇ ਇੱਕ ਚਸਾ, 30 ਚਸੇ ਇੱਕ ਪਲ, 60 ਪਲ ਇਕੱਠੇ ਹੋਣ ਇੱਕ ਘੜੀ ਬਣਦੀ ਹੈ। 7.5 ਘੜੀਆਂ ਇਕੱਠੀਆਂ ਹੋਣ ਤੇ ਇੱਕ ਪਹਿਰ ਬਣਦਾ ਹੈ। ਹੁਣ ਸਾਨੂੰ ਮਪਾਇਸ਼ ਕਲੌਕ ਨਾਲ ਕਰਨੀ ਈਜ਼ੀ ਹੋ ਜਾਏਗੀ। ਜਦੋਂ ਅਸੀਂ ਇੱਕ ਪਹਿਰ ਦੀ ਗੱਲ ਕਰਦੇ ਹਾਂ, ਇੱਕ ਪਹਿਰ ਇਕੁਅਲ ਟੂ 3 ਆਵਰਸ, ਕਿਉਂਕਿ 8 ਪਹਿਰ ਤੇ 24 ਆਵਰਸ ਬਰਾਬਰ ਹੁੰਦੇ ਨੇ। ਸੋ ਇੱਥੋਂ ਤੁਸੀਂ ਕਲੌਕ ਵਾਈਜ਼ ਹੁਣ ਇਹਨੂੰ ਵਾਪਸ ਜਿਹੜਾ ਉਸ ਰੂਪ ਵਿੱਚ ਮਾਈਨਸ ਕਰੀ ਲਿਆਓ। ਜਦੋਂ ਮੈਂ ਕਹਿ ਰਿਹਾ 7.5 ਘੜੀਆਂ ਤੇ ਇੱਕ ਪਹਿਰ, 3 ਆਵਰ ਇਕੁਅਲ ਟੂ 7.5 ਘੜੀਆਂ, ਉਹਦੇ ਨਾਲ ਡਿਵਾਈਡ ਕਰੋਗੇ 22-23 ਮਿੰਟ ਦੀ ਇੱਕ ਘੜੀ ਬਣਦੀ ਹੈ। ਫਿਰ ਇੱਥੋਂ ਤੁਸੀਂ ਵਾਪਸ ਲੈ ਆਓ, ਤੁਹਾਨੂੰ ਬਿਲਕੁਲ ਐਗਜ਼ੈਕਟਲੀ ਇਹ ਮੁਸ਼ਕਿਲ ਇਹ ਬਣ ਗਈ ਕਿ ਅੱਜ ਵੈਸਟਰਨਾਈਜ਼ ਵਰਲਡ, ਜਿਵੇਂ ਸਾਡੇ ਬੱਚੇ ਵੀ ਹੈਗੇ ਨੇ, ਇਹਨਾਂ ਨੂੰ ਕਈ ਵਾਰੀ ਇਹੀ ਹੁੰਦਾ ਕਿ ਜਿਹੜਾ ਹੈ ਨਾ ਸਾਰਾ ਕੁਝ ਵੈਸਟ ਨੇ ਪੈਦਾ ਕੀਤਾ, ਸਾਡੇ ਲੋਕਾਂ ਨੂੰ ਤੇ ਬਜ਼ੁਰਗਾਂ ਨੂੰ ਕੁਝ ਵੀ ਨਹੀਂ ਸੀ ਪਤਾ ਹੁੰਦਾ। ਹਕੀਕਤ ਇਹ ਹੈ ਕਲੋਨੀਅਲ ਪੀਰੀਅਡ ਨੇ, ਰਾਤੀ ਵੀ ਗੱਲ ਹੋ ਰਹੀ ਸੀ ਕਥਾ ਦਰਬਾਰ ਦੇ ਵਿੱਚ ਵੀ, ਉਹਨੇ ਸਾਡਾ ਸਾਰਾ ਕਲਚਰ ਸਾਰਾ ਕੁਝ ਹੀ ਖਾ ਗਏ। ਉਹਨਾਂ ਸਾਰਾ ਕੁਝ ਸਾਡੇ ਉੱਤੇ ਥੋਪ ਦਿੱਤਾ। ਅਦਰਵਾਈਜ਼ ਜੇ ਕਿਤੇ ਇਹ ਉੱਥੇ ਉਸ ਲੈਵਲ ਦਾ ਐਕਸਪੋਜ਼ਰ ਨਾ ਹੁੰਦਾ ਤੇ ਸਾਡਾ ਆਪਣਾ ਸਭ ਮਪਾਇਸ਼ ਢੰਗ ਜੀਣ ਦਾ ਸਲੀਕਾ ਤਰੀਕਾ ਸਭ ਹੋਣਾ ਸੀ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਫਿਰ ਇਹਦੇ 'ਚ ਹੁੰਦਾ ਇਹ ਹੈ ਕਿ ਇਹ ਜਿਹੜੇ ਇੱਕ ਪਹਿਰ 7.5 ਘੜੀਆਂ ਦਾ ਬਣਦਾ, ਫਿਰ 4 ਪਹਿਰ ਦਾ ਦਿਨ ਹੈ, 4 ਪਹਿਰ ਦੀ ਰਾਤ ਹੈ। ਜਦੋਂ ਇਹ 8 ਪਹਿਰ 7 ਵਾਰ ਪਾਸ ਕਰ ਜਾਂਦੇ ਨੇ, ਫਿਰ ਇੱਕ ਸਤਵਾਰਾ ਬਣ ਜਾਂਦਾ, ਫਿਰ 2 ਸਤਵਾਰੇ ਇੱਕ ਥਿੱਤ ਬਣਦੀ ਹੈ। ਮਹਾਰਾਜ ਨੇ ਵਿਸਵਿਆਂ ਦਾ, ਚੱਸਿਆਂ ਦਾ, ਘੜੀਆਂ ਦਾ, ਪਹਿਰਾਂ ਦਾ, ਈਵਨ ਹੋਰ ਟੈਕਨੀਕਲ ਢੰਗ ਨਾਲ ਵੀ ਬਿਆਨ ਕੀਤਾ ਹੈ। ਬਾਬਾ ਕਬੀਰ ਜੀ ਦਾ ਆਪ ਸ਼ਬਦ ਪੜ੍ਹਦੇ ਹੋ, ਏਕ ਘੜੀ ਆਧੀ ਘੜੀ, 22-23 ਮਿੰਟਾਂ ਦਾ ਅੱਧਾ ਕਰ ਲਓ, ਕਿੰਨਾ ਬਣੇਗਾ? 11-12 ਦੇ ਨੇੜੇ ਲੈ ਲਓ ਇਕੁਅਲ ਕਰਨ ਵਾਸਤੇ ਉਸ ਨੂੰ। ਏਕ ਘੜੀ ਆਧੀ ਘੜੀ, ਆਧੀ ਹੂੰ ਫੁਨਿਆਦ, ਅੱਧੀ ਦਾ ਅੱਧਾ ਫਿਰ ਕਰ ਦਿਓ, ਮਤਲਬ ਉਹਨੂੰ 5-6 ਮਿੰਟ ਤੇ ਲੈ ਆਓ, 6 ਤੋਂ ਫਿਰ ਅੱਧਾ ਕਰ ਦਿਓ ਫੁਨ ਆਦ ਕਰਨ ਵਾਸਤੇ, 3 ਮਿੰਟ ਤੇ ਆ ਜਾਓ। ਕਹਿੰਦੇ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਬੰਦਾ ਕਹਿੰਦਾ ਟਾਈਮ ਹੀ ਨਹੀਂ ਹੈਗਾ। ਬਾਬਾ ਕਬੀਰ ਜੀ ਕਹਿੰਦੇ 2 ਮਿੰਟ ਵੀ ਨਹੀਂ ਹੈਗੇ, 3 ਮਿੰਟ ਵੀ ਨਹੀਂ ਹੈਗੇ। ਇੰਨਾ ਤੇ ਨਾ ਹੋ ਸਕਦਾ ਕਿ ਬੰਦਾ ਇੰਨਾ ਹੀ ਮਤਲਬ ਬਹਾਨਾ ਲਗਾ ਦੇ ਵੀ ਨਹੀਂ ਨਹੀਂ ਜੀ, ਜ਼ਿੰਦਗੀ ਦੇ ਵਿੱਚ ਹਰ ਰੋਜ਼ ਰੂਟੀਨ ਦੇ ਵਿੱਚ 2-4-5 ਮਿੰਟ ਕੱਢਣੇ ਵੀ ਬੰਦੇ ਲਈ ਔਖੇ ਨੇ। ਸਿਰਫ ਇਹ ਮਨ ਦਾ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਕਿਹਾ ਜਾਏ ਕਿ ਇੱਕ ਢੁੱਚਰ ਆ ਜਿਹੜਾ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਅਦਰਵਾਈਜ਼ ਅਧਿਆਤਮੀ ਤਲ ਤੇ ਬੰਦਾ ਚਾਹੇ ਤੇ ਥੋੜੀ ਥੋੜੀ ਪ੍ਰੈਕਟਿਸ ਕਰਦਾ ਵਧਾ ਸਕਦਾ ਉਹਨੂੰ। ਇਹਦੇ ਬਾਬਤ ਵੀ ਸਮੇਂ ਦੇ ਸਰੂਪ ਨੂੰ ਲਿਆਂਦਾ ਸਾਹਮਣੇ। ਸੋ ਉਹਨਾਂ ਸਾਰੇ ਸਰੂਪਾਂ ਦੇ ਵਿੱਚੋਂ ਬਾਣੀ ਦੇ ਵਿੱਚ ਜਿਵੇਂ ਮੈਂ ਇਤਨਾ ਜ਼ਿਕਰ ਕੀਤਾ, ਪਹਿਰਿਆਂ ਦੀ ਬਾਣੀ ਤੁਸੀਂ ਪੜ੍ਹਦੇ ਹੋ, ਫਿਰ ਇਹਨਾਂ ਸਭ ਦੇ ਨਾਲ ਇਹਨਾਂ ਸਾਰੇ ਸਮੇਂ ਦੇ ਰੂਪਾਂ ਦਾ ਵੀ ਜ਼ਿਕਰ ਮਿਲਦਾ ਹੈ। ਅੱਜ ਸਾਨੂੰ ਇਹ ਸਮੁੱਚੀ ਬਾਣੀ ਥਿੱਤੀ, ਜਿਹੜਾ 15 ਦਿਨਾਂ ਦਾ ਪਖਵਾੜਾ ਹੁੰਦਾ ਹੈ, ਥਿਤਵਾੜਾ ਹੁੰਦਾ ਹੈ, ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਮੁਕਾਮੀ ਸੰਦੇਸ਼ ਵਿੱਚ ਕੀਤਾ ਹੈ। ਘਰ 10ਵਾਂ ਇਸ ਰਚਨਾ ਨੂੰ ਜਿੱਥੇ ਰਾਗ ਬਿਲਾਵਲ ਵਿੱਚ ਗਾਣਾ ਹੈ, ਰਾਗ ਦਾ ਸੰਬੰਧ ਸੁਰ ਨਾਲ ਹੁੰਦਾ ਤੇ ਜਿਹੜਾ ਤਾਲ ਦਾ ਸੰਬੰਧ ਆ ਉਹ ਘਰ ਨਾਲ ਹੁੰਦਾ ਹੈ, ਰਿਦਮ ਥਾਪ ਦੇ ਨਾਲ। ਸੋ ਕਿਹਾ ਗਿਆ ਥਾਪ ਦੇ ਤੌਰ ਤੇ 10ਵੇਂ ਘਰ ਨੂੰ ਪ੍ਰਯੋਗ ਵਿੱਚ ਲਿਆਉਣਾ ਹੈ। ਅੱਗੇ ਜਾਤਿਆ, ਇਹਦਾ ਮਾਇਨਾ ਵੀ ਕਹਿੰਦੇ ਨੇ ਕਿ ਜਿਹੜੀਆਂ ਰਿਦਮ ਦੀਆਂ ਥਾਪਾਂ ਦੀ ਉਹਦੀ ਖਾਸ ਸ਼੍ਰੇਣੀ ਦੇ ਨਾਲ ਜੋੜਿਆ ਜਾਂਦਾ। ਹਾਲਾਂਕਿ ਟੀਕਾਕਾਰਾਂ ਦੇ ਵਿੱਚ ਇਹਦੇ ਬਾਰੇ ਕੁਝ ਇੱਕ ਰਾਏ ਨਹੀਂ ਹੈਗੀ, ਪਰ ਇਹਦਾ ਮੋਸਟਲੀ ਸੰਬੰਧ ਇਹ ਮੰਨਦੇ ਨੇ ਕਿ ਇਹ ਥਾਪਾਂ ਦੇ ਨਾਲ ਹੈ, ਗਾਇਨ ਕਲਾ ਦੇ ਨਾਲ ਇਹਦਾ ਸੰਬੰਧ ਜਾ ਕੇ ਬਣਦਾ ਹੈਗਾ। ਅੱਗੇ ਜਾ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਸ਼ਟ ਦਾ ਮੰਗਲ ਹੈ। ਮੂਲ ਮੰਤਰ ਦਾ ਸੰਖਿਪਤ ਸਰੂਪ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਕਿਸ ਰੂਪ ਵਿੱਚ ਹੈ? ਓਂਕਾਰ ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ, ਜਿਹੜਾ ਪਰਿਪੂਰਨ ਨਿਰਗੁਣ ਰੂਪ ਹੋ ਕੇ ਵਰਤ ਰਿਹਾ ਹੈ। ਇਹੋ ਜਿਹੇ ਪਰਿਪੂਰਨ ਅਕਾਲ ਪੁਰਖ ਜੀ ਦੀ ਸਿੱਧੀ ਪ੍ਰਾਪਤੀ ਸਾਂਝ ਸਤਿਗੁਰੂ ਪ੍ਰਸਾਦ ਸੱਚੇ ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦੀ ਹੈ। ਵਾਕ ਪ੍ਰਾਰੰਭ ਕਰਦੇ ਹਾਂ ਰਹਾਉ ਦੇ ਪਦੇ ਤੋਂ, ਕਿਉਂਕਿ ਲਬੇਰੇ ਸ਼ਬਦ ਨੇ, ਜਿਵੇਂ ਜਿਵੇਂ ਰੋਜ਼ ਵਿਚਾਰਾਂਗੇ
ਭਰਾ ਉਹਦਾ ਪਦਾ ਵੀ ਇੱਕ ਵਾਰ ਜ਼ਰੂਰ ਦੇਖਾਂਗੇ ਥੋੜ੍ਹਾ ਨਾਲ, ਕਿਉਂਕਿ ਰਿਲੇਟ ਕਰਦਾ ਉਹਦੇ। ਬਚਨ ਹੈ, ਕਿਆ ਜਪ ਜਾਪੋਂ ਬਿਨ ਜਗਦੀਸੈ, ਗੁਰ ਕੈ ਸ਼ਬਦ ਮਹਿਲ ਘਰ ਦੀਸੈ। ਕਿਆ ਜਪ ਜਾਪੋਂ ਬਿਨ ਜਗਦੀਸੈ। ਸਾਡੇ ਗੁਰਬਾਣੀ ਹੈ, ਐਕੈਡੈਮਿਕ ਲੈਵਲ 'ਤੇ ਗੁਰਬਾਣੀ ਦੀ ਸਟੱਡੀ ਕੁਛ ਹੱਦ ਤੱਕ ਹੋਈ ਹੈ, ਪਰ ਜਿਸ ਲੈਵਲ 'ਤੇ ਹੋਣੀ ਚਾਹੀਦੀ ਸੀ ਉਸ ਲੈਵਲ 'ਤੇ ਨਹੀਂ ਹੋਈ। ਉਹਦੇ ਕਈ ਕਾਰਨ ਨੇ। ਇੱਕ ਕਾਰਨ ਇਹ ਹੈਗਾ ਕਿ ਜਿਹੜਾ ਸਾਡਾ ਥਿਓਲੋਜੀਕਲ ਸਕੂਲ ਰਿਹਾ ਹੈ, ਜਿਹੜਾ ਕਿਹਾ ਜਾਏ ਕਿ ਟ੍ਰੈਡੀਸ਼ਨਲ ਸਕੂਲ ਰਿਹਾ, ਉਹ ਨਿਰਮਲਿਆਂ ਦੇ ਪਰਛਾਵੇਂ ਹੇਠ ਰਿਹਾ ਵੱਡੇ ਲੈਵਲ 'ਤੇ। ਆਪ ਦੇਖੋਗੇ ਸਾਡੀਆਂ ਬਹੁਤੀਆਂ ਈਵਨ ਅੱਜ ਦੀਆਂ ਟ੍ਰੈਡੀਸ਼ਨਸ ਵੀ, ਅੱਜ ਦੀਆਂ ਸਾਡੀਆਂ ਪਰੰਪਰਾਵਾਂ ਵੀ ਗੁਰਬਾਣੀ ਨਾਲ ਕਈ ਵਾਰੀ ਮੈਚ ਨਹੀਂ ਕਰਦੀਆਂ। ਰੀਜ਼ਨ ਬੰਦਾ ਕਹਿੰਦਾ ਇਹ ਕਿੱਥੋਂ ਆ ਗਈਆਂ, ਗੁਰਬਾਣੀ ਕੁਝ ਹੋਰ ਕਹਿ ਰਹੀ ਹੈ, ਸਾਡੀ ਪਰੰਪਰਾ ਕੁਝ ਹੋਰ ਕਹਿ ਰਹੀ ਹੈ। ਇਹਨਾਂ ਦੋਵਾਂ ਦੇ ਵਿੱਚ ਮਿਸਮੈਚ, ਕਿਉਂਕਿ ਨਿਰਮਲਿਆਂ ਦਾ ਪ੍ਰਭਾਵ ਜ਼ਿਆਦਾ ਰਿਹਾ, ਉਹਦੇ ਕਰਕੇ ਉਹ ਉਹਨਾਂ ਦੇ ਕੋਲ ਮਹਾਰਾਜ ਦੇ ਸਰੂਪ ਸੀਗੇ। ਜਦੋਂ ਸਾਨੂੰ ਸਰਵਾਈਵਲ ਦਾ ਇਸ਼ੂ ਰਿਹਾ ਆਲਮੋਸਟ ਕੋਈ 100 ਸਾਲ, ਤੇ ਉਸ ਸਮੇਂ ਦੇ ਦੌਰਾਨ ਉਹਨਾਂ ਨੇ ਸਿੱਖੀ ਦਾ ਆਪਣੇ ਤੌਰ 'ਤੇ ਪ੍ਰਚਾਰ ਵੀ ਕੀਤਾ, ਪਰ ਜੋ ਆਪਣਾ ਸਨਾਤਨੀ ਪ੍ਰਭਾਵ ਸੀਗਾ ਉਹ ਛੱਡ ਨਹੀਂ ਪਾਏ। ਫਿਰ ਹੌਲੀ ਹੌਲੀ ਟ੍ਰੈਡੀਸ਼ਨਸ ਅੱਗੇ ਵੱਧਦੀਆਂ ਗਈਆਂ। ਬ੍ਰਿਟਿਸ਼ ਨੇ ਆ ਕੇ ਉਹਨਾਂ ਨੂੰ ਇਸਤੇਮਾਲ ਵਿੱਚ ਲਿਆਂਦਾ, ਇਸੇ ਕਰਕੇ ਮਹੰਤਗਿਰੀ ਜਿਹੜੀ ਹੈਗੀ ਉਹ ਡਿਫਰੈਂਟ ਲੈਵਲ 'ਤੇ ਚਲੀ ਗਈ। ਸੋ ਉਹਦਾ ਪ੍ਰਭਾਵ ਪੂਰੀ ਤਰ੍ਹਾਂ ਅਸੀਂ ਉਹ ਤੋਂ ਮੁਕਤ ਨਾ ਹੋ ਸਕੇ। ਇਸ ਲੈਵਲ 'ਤੇ ਆਉਣ ਕਰਕੇ ਜਦੋਂ ਕਿਤੇ ਗੁਰਬਾਣੀ ਦੀ ਬੜੀ ਜਿਹਨੂੰ ਕਿਹਾ ਜਾਏ ਬੜੀ ਰੈਸ਼ਨਲ ਸਾਈਡ ਤੋਂ, ਐਕੈਡੈਮਿਕ ਸਾਈਡ ਤੋਂ ਬਾਤ ਹੁੰਦੀ ਹੈ ਵਿਚਾਰਨ ਦੀ, ਉਹਨੂੰ ਪੜ੍ਹਨ ਸਮਝਣ ਦੀ, ਤੇ ਜਿਹੜਾ ਸਾਡਾ ਉਹ ਥਿਓਲੋਜੀਕਲ ਜਾਂ ਟ੍ਰੈਡੀਸ਼ਨਲ ਸੋਚ ਰੱਖਣ ਵਾਲਾ ਤਬਕਾ ਹੈਗਾ ਉਹ ਬਰਖਲਾਫਤ 'ਚ ਖੜਾ ਹੋ ਜਾਂਦਾ। ਉਹ ਕਹਿੰਦਾ ਨਹੀਂ 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 ਇਹ ਚੀਜ਼ ਨਹੀਂ ਹੋ ਸਕਦੀ, ਇਸ ਰੂਪ ਵਿੱਚ ਜਿਹੜੀ ਹੈ ਬਿਲਕੁਲ ਸਾਨੂੰ ਕਬੂਲ ਨਹੀਂ ਹੈ। ਸ਼ਾਇਦ ਆਪ ਇਸ ਬਾਰੇ ਵਾਕਫੀਅਤ ਰੱਖਦੇ ਹੋਵੋ, ਜਦੋਂ 1935 ਦੇ ਵਿੱਚ ਸਾਈਮੰਡ ਕਮਿਸ਼ਨ ਆਇਆ ਸੀ ਇੰਡੀਆ ਦੇ ਵਿੱਚ, ਸਰ ਸਾਈਮੰਡ, ਜਿਹਨੇ ਉਹ ਪੈਕੇਜ ਲਿਆਂਦਾ ਸੀਗਾ ਜਿਹਦੇ ਅਕੋਰਡਿੰਗਲੀ ਪਾਵਰ ਟਰਾਂਸਫਰ ਹੋਈ ਸੀਗੀ 47 ਦੇ ਵਿੱਚ। ਉਹਦੇ ਸਾਰੇ ਏਜੰਡੇ ਦੇ ਵਿੱਚ ਇੱਕ ਏਜੰਡਾ ਇਹ ਵੀ ਸੀਗਾ ਕਿ ਜਿਹੜਾ ਖਾਲਸਾ ਕਾਲਜ ਹੈ ਜੋ ਖਾਲਸਾ ਕਾਲਜ ਹੈ ਅੰਮ੍ਰਿਤਸਰ ਵਾਲਾ, ਉਸ ਨੂੰ ਯੂਨੀਵਰਸਿਟੀ ਵਿੱਚ ਕਨਵਰਟ ਕੀਤਾ ਜਾ, ਸਿੱਖ ਯੂਨੀਵਰਸਿਟੀ ਦੇ ਵਿੱਚ। ਉਹ ਜਿਹੜੇ ਵਿਚਲੇ ਸੀਗੇ ਸਿਆਸਤਦਾਨ ਵੱਡੇ ਘਾਗ, ਉਹ ਇਸ ਚੀਜ਼ ਨੂੰ ਭਾਂਪ ਗਏ ਵੀ ਅਲਟੀਮੇਟਲੀ ਗੱਲ ਵੱਡੇ ਲੈਵਲ ਤੇ ਤੁਰ ਜਾਣੀ ਹਿਸਾਬ ਨਾਲ। ਉਹਨਾਂ ਨੇ ਸਾਡੇ ਹੀ ਕੁਝ ਬੰਦਿਆਂ ਨੂੰ ਵਰਗਲਾ ਕੇ ਉਹਦੇ ਖਿਲਾਫ ਇਤਨੀ ਨਾਅਰੇਬਾਜ਼ੀ ਕਰਵਾਈ ਕਿ ਉਹਨੂੰ ਕਿਹਾ ਕਿ ਤੂੰ ਪੰਜਾਬ ਵਿੱਚ ਨਹੀਂ ਵੜ ਸਕਦਾ, ਤੂੰ ਇੱਥੇ ਆ ਹੀ ਨਹੀਂ ਸਕਦਾ, ਨਹੀਂ ਤੇ ਅਦਰਵਾਈਜ਼ ਸ਼ਾਇਦ ਕੁਝ ਮਜ਼ਮੂਨੀਅਤ ਹੋਰ ਹੁੰਦੀ ਅੱਜ ਸਾਡੇ ਸਾਰੇ ਲਿਟਰੇਚਰ ਦੀ, ਸਾਰੀ ਉਸ ਚੀਜ਼ ਦੀ। ਖੈਰ, ਜਦੋਂ ਅਸੀਂ ਐਕੈਡੈਮਿਕ ਲੈਵਲ 'ਤੇ ਗੁਰਬਾਣੀ, ਕਿਉਂਕਿ ਸ਼ਬਦ ਆ, ਸ਼ਬਦ ਅਲਫਾਜ਼ ਨੇ, ਹਰਫ ਨੇ, ਲਫ਼ਜ਼ ਨੇ, ਅੱਖਰ ਨੇ, ਅੱਖਰਾਂ ਨੂੰ ਕੁਰੇਦਾਂਗੇ ਤੇ ਵਿੱਚ ਪਿਆ ਹੋਇਆ ਪ੍ਰਕਾਸ਼ ਜਿਹੜਾ ਹੈ, ਜਿਹੜੀ ਵਿੱਚ ਦੀ ਸਿੱਖਿਆ ਆ, ਜੋਤ ਆ, ਜਿਹੜਾ ਗਿਆਨ ਆ, ਉਹ ਸਾਡੀ ਸੁਰਤ 'ਚ ਆਏਗਾ। ਜੇ ਇਹਨਾਂ ਦੇ ਮਗਰ ਨਹੀਂ ਭੱਜਾਂਗੇ, ਇਹਨਾਂ ਨੂੰ ਨਹੀਂ ਕੁਰੇਦਾਂਗੇ, ਨਹੀਂ ਇਹਨਾਂ ਨੂੰ ਮਤਲਬ ਉਸ ਰੂਪ ਦੇ ਵਿੱਚ ਅੰਡਰਸਟੈਂਡ ਕਰਾਂਗੇ, ਸਾਨੂੰ ਸਿੱਖਿਆ ਪਕੜ 'ਚ ਨਹੀਂ ਆਏਗੀ। ਹੁਣ ਮੈਂ ਜਿਹੜੀ ਇੱਥੇ ਬੇਨਤੀ ਕਰਨ ਲੱਗਾ ਸੀ, ਕਿਆ ਜਪ ਜਾਪੋਂ ਬਿਨ ਜਗਦੀਸੈ। ਲਫ਼ਜ਼ ਜਪ ਤੇ ਜਾਪ, ਜਾਪੋਂ ਊੜਾ ਪਿੱਛੇ ਲਗਾ ਕੇ ਉਹਨੂੰ ਜਿਹੜੀ ਔਂਕੜ ਲਗਾਈ ਗਈ ਹੈ। ਹੁਣ ਜਾਪ ਲਫ਼ਜ਼ ਨਾਲ ਸਾਡੀ ਸਾਂਝ ਹੈ ਨਿਤਨੇਮ ਦੇ ਵਿੱਚ, ਜਪ ਨਾਲ ਵੀ ਹੈ। ਆਪ ਦੇਖੋਗੇ ਕਿ ਕਿਸ ਤਰੀਕੇ ਨਾਲ ਸਾਡਾ ਨਿਤਨੇਮ ਬਣਿਆ ਹੈ। ਪਹਿਲਾਂ ਜਾਪਿਆ ਜਪਜੀ ਸਾਹਿਬ, ਫਿਰ ਜਾਪਿਆ, ਫਿਰ ਸਵਈਏ। ਜੇ ਇੱਕ ਕਤਾਰ ਵਿੱਚ ਦੇਖੀਏ ਤੇ ਇਹਨਾਂ ਦੇ ਵਿੱਚ ਇੱਕ ਸੰਦੇਸ਼ ਦਾ ਆਪਸ ਵਿੱਚ ਰਿਲੇਸ਼ਨਸ਼ਿਪ ਆ। ਹੁਣ ਜਿਹੜਾ ਇੱਥੇ ਬਚਨ ਆ ਰਿਹਾ, ਕਿਆ ਜਪ ਜਾਪੋਂ, ਜਪ ਦਾ ਮਤਲਬ ਸਿੱਧੇ ਤੌਰ ਤੇ ਮੈਡੀਟੇਸ਼ਨ ਹੁੰਦਾ ਹੈ, ਧਿਆਨਾਰਥ ਹੋ ਕੇ ਕਰਤਾਰ ਦੇ ਰੰਗ ਵਿੱਚ ਆਪਣੀ ਸੁਰਤ ਨੂੰ ਰੰਗਣਾ, ਸਿਮਰਨ ਕਰਨਾ, ਇਹ ਹੈ ਜਪ। ਬਾਬਾ ਜੀ ਨੇ ਪੂਰੀ ਜਪਜੀ ਸਾਹਿਬ ਦੇ ਵਿੱਚ ਜਪ ਕਿਹਦਾ ਕਰਨਾ ਹੈ, ਜਪ ਕਦੋਂ ਕਰਨਾ ਹੈ ਤੇ ਜਪ ਕਿਉਂ ਕਰਨਾ ਹੈ, ਇਹਨੂੰ ਹੀ ਆਨਸਰ ਕੀਤਾ ਸ਼ੁਰੂਆਤੀ ਪਦਿਆਂ ਦੇ ਵਿੱਚ। ਇਹੀ ਜਪਜੀ ਸਾਹਿਬ ਦਾ ਮੁੱਖ ਮਜ਼ਮੂਨ ਸ਼ੁਰੂ ਵਿੱਚ ਬਣਦਾ ਹੈਗਾ। ਸੋ ਇਸ ਰੂਪ ਵਿੱਚ ਬਾਤ ਕੀਤੀ ਗਈ। ਇਹ ਜਪ ਦਾ ਮਤਲਬ ਹੈ ਸਿਮਰਨ, ਆਰਾਧਨ, ਧਿਆਉਣਾ, ਮੈਡੀਟੇਟ ਕਰਨਾ ਉਸ ਰੂਪ ਦੇ ਵਿੱਚ। ਜਦੋਂ ਅਸੀਂ ਆ ਜਾਂਦੇ ਹਾਂ ਜਾਪ ਸਾਹਿਬ, ਹੁਣ ਜਾਪ ਦਾ ਮਤਲਬ ਇੱਕ ਲਫ਼ਜ਼ ਹੈ ਬ੍ਰਿਜ ਭਾਸ਼ਾ ਵਿੱਚੋਂ ਆਉਂਦਾ ਅਜਪਾ ਜਾਪ, ਜਿੱਥੋਂ ਆ ਲਫ਼ਜ਼ ਆ ਰਿਹਾ ਜਾਪੋਂ। ਜਿਹੜਾ ਜਾਪ ਲਗਾਤਾਰ ਕੰਸਿਸਟੈਂਟਲੀ ਜਿਹੜਾ ਹੈ ਬਿਨਾਂ ਐਫਰਟ ਤੋਂ ਆਪਣੇ ਆਪ ਚੱਲਣ ਲੱਗ ਜੇ, ਉਹਨੂੰ ਕਿਹਾ ਜਾਂਦਾ ਹੈ ਅਜਪਾ ਜਾਪ। ਜਿਹੜਾ ਬਿਨਾਂ ਜਪੇ ਜਪਿਆ ਜਾ ਰਿਹਾ ਹੈਗਾ,
ਪਰ ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਉਹਦਾ ਮਤਲਬ ਇਹ ਨਹੀਂ ਹੈਗਾ। ਇਹ ਲਫ਼ਜ਼ ਜਿਹੜਾ ਹੈਗਾ ਇਹ ਬ੍ਰਿਜ ਵਿੱਚੋਂ ਨਹੀਂ ਆ ਰਿਹਾ, ਇਹ ਪ੍ਰਾਕਿਰਤ ਵਿੱਚੋਂ ਆ ਰਿਹਾ, ਜਿਹੜੀ ਪੰਜਾਬੀ ਦੀ ਮੂਲ ਭਾਸ਼ਾ ਹੈਗੀ। ਹੁਣ ਪੰਜਾਬੀ ਜ਼ਬਾਨ ਦੇ ਵਿੱਚ ਅਸੀਂ ਇਹ ਲਫ਼ਜ਼ ਅਜੇ ਵੀ ਯੂਜ਼ ਕਰਦੇ ਹਾਂ। ਕੋਈ ਬੰਦਾ ਦੂਰੋਂ ਤੁਹਾਨੂੰ ਦਿਸ ਪਏ ਆਉਂਦਾ ਹੋਇਆ ਤੇ ਦੂਜੇ ਬੰਦੇ ਨੂੰ ਅਸੀਂ ਪੁੱਛਦੇ ਹਾਂ ਵੀ ਤੈਨੂੰ ਜਾਪਦਾ ਨਹੀਂ ਆ ਸਾਡਾ ਕੋਈ ਭਰਾ ਤੁਰਿਆ ਆਉਂਦਾ, ਜਾਪਦਾ ਨਹੀਂ ਇਹਦਾ ਚਿਹਰਾ ਫਲਾਣੇ ਵਰਗਾ ਲੱਗਦਾ। ਹੁਣ ਜਾਪਣਾ ਕੀ ਹੈ? ਅਹਿਸਾਸਣਾ, ਐਕਸਪੀਰੀਅੰਸ ਕਰਨਾ, ਕਿਸੇ ਚੀਜ਼ ਨੂੰ ਮਹਿਸੂਸ ਕਰਨਾ। ਹੁਣ ਇਹਨੂੰ ਹੋਰ ਸਰਲ ਕਰ ਲਈਏ। ਸਪੋਜ਼ ਕਰੋ ਸਾਡੇ ਇੱਥੇ ਵਿੰਟਰ ਟਾਈਮ ਦੇ ਵਿੱਚ ਦਰਖਤਾਂ ਦੇ ਪੱਤੇ ਨਹੀਂ ਰਹਿੰਦੇ, ਕੁਛ ਨਹੀਂ ਰਹਿੰਦਾ, ਤੇ ਬੰਦਾ ਬੜਾ ਵਿੰਟਰ ਦਾ ਸੀਜ਼ਨ ਆ, ਅੰਦਰੋਂ ਬਾਹਰ ਨਿਕਲਦਾ ਹੈ ਤੇ ਬਾਹਰ ਨਿਕਲਣ ਵਾਲੇ ਨੂੰ ਅੰਦਰੋਂ ਆਵਾਜ਼ ਪੈਂਦੀ, ਪੁੱਛਦਾ ਕੋਈ ਚੱਲ ਠੰਡ ਤੇ ਹੈ, ਹਵਾ ਤੇ ਨਹੀਂ ਚੱਲਦੀ, ਦੇਖ ਹਾਂ ਫਿਰ ਉਵੇਂ ਦੇ ਕੱਪੜੇ ਮੈਂ ਪਾਵਾਂਗਾ। ਉਹ ਥੋੜਾ ਖੜਾ ਹੋ ਕੇ ਆਲੇ ਦੁਆਲੇ ਦੇਖਦਾ, ਕੋਈ ਚੀਜ਼ ਹੱਲਦੀ ਦਿਸੇ ਤੇ ਦੱਸੇ ਵੀ ਹਵਾ ਚੱਲਦੀ ਹੈ। ਉਹ ਕਹੇ 1 ਮਿੰਟ ਲਈ ਖੜ, ਹੋਰ ਥੋੜਾ ਥੱਲੇ ਜਾ ਕੇ ਬਾਹਰ ਰੋਡ ਤੇ ਖੜਾ ਹੋ ਕੇ ਫਿਰ ਵਾਪਸ ਆਉਂਦਾ, ਆ ਕੇ ਕਹਿੰਦਾ ਜਾਪਦਾ ਤੇ ਹੈ, ਮੀਨ ਮਹਿਸੂਸ ਹੋ ਰਿਹਾ, ਬ੍ਰੀਜਿੰਗ ਮਹਿਸੂਸ ਹੋ ਰਹੀ ਇੱਕ ਤਰ੍ਹਾਂ ਦੇ ਨਾਲ, ਲੱਗਦਾ ਆ ਥੋੜੀ ਬਹੁਤੀ ਹਵਾ ਜਿਹੜੀ ਹੈਗੀ ਉਹ ਰੁਮਕ ਰਹੀ ਹੈ। ਇਹ ਜਾਪਣਾ ਹੈ। ਜਦੋਂ ਜਾਪਦਾ ਅਕਾਲ ਪੁਰਖ ਵਾਹਿਗੁਰੂ, ਅਹਿਸਾਸਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਉਹਨੂੰ ਫਿਰ ਸ਼ੁਰੂਆਤ ਕਰਦੇ ਨੇ, ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਮਹਿੰਜ। ਮੈਨੂੰ ਜਾਪਿਆ ਕਿਵੇਂ, ਮੈਂ ਐਕਸਪੀਰੀਅੰਸ ਕਿਵੇਂ ਕੀਤਾ ਉਹਨੂੰ। ਸੋ ਇਸ ਰੂਪ ਦੇ ਵਿੱਚ ਇੱਥੇ ਜਦੋਂ ਅਸੀਂ ਵੇਖਦੇ ਹਾਂ ਆਹ ਸ਼ਬਦ, ਇਹ ਦੋਨੋਂ ਸ਼ਬਦ ਬ੍ਰਿਜ ਮੂਲ ਦੇ ਨੇ, ਪ੍ਰਾਕਿਰਤ ਮੂਲ ਦੇ ਨਹੀਂ ਹੈਗੇ। ਸਾਹਿਬ ਨੇ ਜ਼ਿਕਰ ਕੀਤਾ ਕਿਆ ਜਪ ਜਾਪੋਂ, ਚੈਲੰਜ ਹੈ ਸਿੱਧੇ ਤੌਰ ਤੇ। ਬੰਦਾ ਆਲੇ ਦੁਆਲੇ ਨੂੰ ਵੇਖਦਾ ਹੈ, ਇਨਫਲੂਐਂਸ। ਅੱਜ ਤੁਸੀਂ ਦੇਖੋ ਪੁਰਾਣੇ ਸਮੇਂ ਵੀ ਰਿਹਾ, ਗੁਰਮਤ ਯੋਗਿਕ ਕਿਰਿਆਵਾਂ, ਸਿੱਧਾਂ ਦਾ ਕਨਸੈਪਟ, ਇਹ ਸਭ ਚੀਜ਼ਾਂ ਤੋਂ ਉਹਨਾਂ ਨੂੰ ਕੱਢ ਰਹੀ ਸੀ ਬਾਹਰ ਵੀ ਇਹ ਕੀ ਮਤਲਬ, ਇੱਕ ਤਰ੍ਹਾਂ ਦੇ ਨਾਲ ਨਾ ਜਿਵੇਂ ਨੂੰ ਸਰਲ ਕਹਿ ਲਓ, ਪ੍ਰਟੈਂਡ ਚੀਜ਼ਾਂ ਕਰਨੀਆਂ। ਇੱਕ ਬੱਚਾ ਆ, ਉਹ ਰੋਜ਼ ਸਕੂਲ ਜਾਂਦਾ ਹੈ, ਆ ਕੇ ਹੋਮਵਰਕ ਕਰਦਾ ਹੈ, ਐਕਸਟਰਾ ਐਫਰਟ ਪਾਉਂਦਾ ਹੈ, ਮਾਰਕਸ ਆਉਂਦੇ ਨੇ, ਖੁਸ਼ ਹੁੰਦਾ ਹੈ, ਸਫਲਤਾ ਦਾ ਸਵਾਦ ਆਉਂਦਾ ਉਹਨੂੰ। ਇੱਕ ਬੱਚਾ ਆ, ਨਾ ਸਕੂਲ ਜਾ ਰਿਹਾ ਪ੍ਰੋਪਰਲੀ, ਨਾ ਹੋਮਵਰਕ ਕਰ ਰਿਹਾ, ਨਾ ਕੁਝ ਮਿਹਨਤ ਕਰ ਰਿਹਾ, ਤੇ ਡ੍ਰੀਮ ਇਹ ਕਰ ਰਿਹਾ ਕਿ ਮੈਂ ਨਾ ਵਕੀਲ ਬਣ ਜਾਣਾ ਹੈ, ਮੈਂ ਡਾਕਟਰ ਬਣ ਜਾਣਾ। ਸੁਪਨਿਆਂ 'ਚ ਤੁਸੀਂ ਕਦੀ ਦੇਖੋ ਹੋਗੇ ਬੱਚੇ ਆਪਣੇ ਆਪ ਇਮੈਜੀਨੇਸ਼ਨ ਵਿੱਚ ਜਾ ਕੇ ਗੱਲਾਂ ਕਰਦੇ ਨੇ ਆਪਣੇ ਆਪ ਨਾਲ, ਪੜ੍ਹਦੇ ਨੇ, ਕਰਦੇ ਕੁਛ ਵੀ ਨਹੀਂ, ਨਾ ਮਿਹਨਤ ਕਰ ਰਹੇ ਨੇ। ਫਿਰ ਸਿਆਣੇ ਬੰਦੇ ਇੰਟਰਵੀਨ ਕਰਦੇ ਨੇ, ਉਹਨੂੰ ਉਹਨਾਂ ਦੇ ਸੁਪਨਿਆਂ ਦਾ ਹੀ ਵਾਸਤਾ ਪਾਉਂਦੇ ਨੇ। ਕੀ ਸੋਚ ਰਿਹਾ ਤੂੰ? ਮੈਂ ਡਾਕਟਰ ਬਣਾਂਗਾ, ਮੈਂ ਡਾਕਟਰ ਬਣ ਜਾਣਾ ਹੈ, ਮੈਂ ਇਸ ਤਰੀਕੇ ਨਾਲ ਮਰੀਜ਼ ਚੈੱਕ ਕਰਾਂਗਾ। ਉਹ ਭਲੇ ਬੰਦੇ ਬਣ ਜਾਈ, ਹੋਮਵਰਕ ਤੇ ਕਰ। ਉਹ ਭਲੇ ਬੰਦੇ ਬਣ ਜੀ, ਸਕੂਲ ਤੇ ਜਾ, ਜੋ ਟੀਚਰ ਕਹਿ ਰਹੀ ਉਹਨੂੰ ਅਟੈਂਸ਼ਨ ਪੇ ਤੇ ਕਰ। ਹੁਣ ਆਹ ਜਿਹੜਾ ਪ੍ਰਟੈਂਡ ਕਰਨਾ ਹੈਗਾ, ਇਮੈਜਿਨ ਕਰਨਾ ਇਸ ਰੂਪ ਦੇ ਵਿੱਚ, ਇਹ ਬੰਦੇ ਨੂੰ ਰਿਐਲਿਟੀ ਤੋਂ ਦੂਰ ਲੈ ਜਾਂਦਾ ਹੈਗਾ। ਜਿਹੜੀ ਯੋਗਿਕ ਕਿਰਿਆਵਾਂ ਦਾ ਕਨਸੈਪਟ, ਉਹ ਸਭ ਚੀਜ਼ਾਂ ਸੀਗੀਆਂ, ਬਸ ਬੈਠਾ ਬੰਦਾ ਇੱਕ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸੋਚ ਰਿਹਾ, ਬਸ ਜੀ ਧੁਨ ਵੱਜ ਰਹੀ ਹੈ ਅੰਦਰ, ਰਸ ਡਿੱਗ ਰਿਹਾ ਅੰਦਰ, ਅੰਦਰ ਹੀ ਸੁੱਖ ਆ ਰਿਹਾ ਸਭ ਚੀਜ਼ਾਂ ਦੇ ਵਿੱਚ। ਇਹ ਪ੍ਰਟੈਂਡ ਭਗਤੀ ਹੈ, ਅੱਜ ਦੀ ਤਾਰੀਖ ਵਿੱਚ ਵੱਡੇ ਲੈਵਲ ਤੇ ਹੋ ਰਹੀ ਹੈ। ਬੰਦੇ ਨੇ ਕਰਨਾ ਕਰਾਣਾ ਕੁਛ ਨਹੀਂ, ਨਾ ਕਿਤੇ ਪਹੁੰਚਣਾ, ਨਾ ਕਿਤੇ ਜਾਣਾ, ਨਾ ਕੁਝ ਹੋਣਾ, ਬਸ ਇਹੀ ਚੀਜ਼ ਹੋ ਰਹੀ ਹੈ। ਗੁਰਮਤ ਨੇ ਕਿਹਾ ਸਿਮਰਨ ਕਰ, ਪਰ ਸਿਮਰਨ ਇਹ ਕਰ, ਆਪਣੇ ਆਪ ਨੂੰ ਸ਼ੀਸ਼ੇ 'ਚ ਉਤਾਰ, ਵੇਖ ਤੇਰਾ ਕੀ ਫਰਜ਼ ਬਣਦਾ ਹੈ ਤੇ ਤੂੰ ਕੀ ਸੋਚ ਰਿਹਾ ਤੇ ਕੀ ਕਰ ਰਿਹਾ। ਇਹਨਾਂ ਦੋਵਾਂ ਦਾ ਮਿਸਮੈਚ ਨਾ ਹੋ ਜਾਏ ਕਿਤੇ। ਇਹ ਗੁਰਬਾਣੀ ਹੈ। ਇਸੇ ਲਈ ਕਈ ਵਾਰੀ ਗੁਰਬਾਣੀ ਪੜ੍ਹਨ ਤੋਂ ਮਨ ਜਿਹੜਾ ਹੈਗਾ ਉਹ ਦੂਰ ਚਲਾ ਜਾਂਦਾ, ਉਹਨੂੰ ਲੱਗਦਾ ਨਹੀਂ। ਸਾਹਿਬ ਨੇ ਜ਼ਿਕਰ ਕੀਤਾ ਵੀ ਤੂੰ ਜਪ ਤੇ ਕਰ ਰਿਹਾ, ਮੈਡੀਟੇਸ਼ਨ ਤੇ ਕਰ ਰਿਹਾ, ਸਿਮਰਨ ਤੇ ਕਰ ਰਿਹਾ, ਕਿਆ ਜਪ ਜਾਪੋਂ ਬਿਨ ਜਗਦੀਸੈ। ਹੁਣ ਜਿਹੜਾ ਜਗਦੀਸਾ ਹੈ, ਇਹਨੂੰ ਦੇਖੋ ਧਿਆਨ ਦੇ ਨਾਲ, ਇਹਦਾ ਮਾਇਨਾ ਕੀ ਬਣਦਾ ਹੈਗਾ। ਰੱਬ ਕਾਲਪਨਿਕ ਰੱਬ ਨਾ, ਜਗਤ ਦਾ ਈਸ਼, ਸੰਸਾਰ ਵਿੱਚ ਬੈਠੇ ਹੋਏ ਰੱਬ ਨੂੰ ਦੇਖ। ਜੇ ਇਹਦੇ ਤੋਂ ਟੁੱਟ ਜਾਏਗਾ, ਇਹਦੇ ਤੋਂ ਟੁੱਟਿਆ ਹੋਇਆ ਰੱਬ, ਉਹ ਤੇ ਕਲਪਨਾ ਦਾ ਰੱਬ ਆ, ਉਹਦੇ ਤੱਕ ਨਹੀਂ ਜਾਣਾ। ਇਹ ਸਾਰੀ ਬਾਣੀ ਦੇ ਵਿੱਚ ਐਗਜ਼ੈਕਟਲੀ ਇਸੇ ਹੀ ਨਿਰਗੁਣ ਸਰੂਪ ਨੂੰ ਸਰਗੁਣ ਵਿੱਚ ਕਿਵੇਂ ਮੰਨਣਾ ਹੈ, ਸੰਸਾਰ ਵਿੱਚ ਕਿਵੇਂ ਦੇਖਣਾ ਹੈ, ਨਿਹਾਰਨਾ ਹੈ, ਉਹਦੇ ਉੱਤੇ ਵਾਰ-ਵਾਰ ਗੁਰੂ ਨਾਨਕ ਸਾਹਿਬ ਐਮਫਸਾਈਜ਼ ਕਰਨਗੇ। ਗੁਰੂ ਨਾਨਕ ਸਾਹਿਬ ਦਾ ਮੁੱਖ ਆਸ਼ਾ ਇਹੀ ਸੀਗਾ। ਜਿਵੇਂ ਸਪੋਜ਼ ਕਰੋ ਮਾਲਾ ਫੇਰਨ ਵਾਲੇ ਲੋਕਾਂ ਦੀ ਕਮੀ ਸੀ ਕੋਈ ਉਸ ਵਕਤ? ਥੋੜੇ ਸੀ, ਉਹ ਤੇ ਗਰੁੱਪਾਂ ਦੇ ਗਰੁੱਪ ਤੁਰੇ ਫਿਰਦੇ ਸੀਗੇ।
बाबा जी ने क्या माला ते फेर दिओ ठीक है, पर हलां दे मुठे कौन फड़ेगा जाके। तवारीख ये कहंदी है जिन्हां नूं कदी बाबा जी ने हलां दे मुठे फड़ाए सीगे, जिन्हां नूं कदी बाबा जी ने, जिन्हां नूं असीं औजारां दे दस्ते कहने आ, वो फड़ाए सीगे, ਜਿਹੜੇ ਕੰਮਕਾਰ ਕਰਨ ਵਾਲੇ ਸੰਦ ਸਮਾਨ ਹੁੰਦਾ ਹੈਗਾ, ਉਹਨਾਂ ਹੱਥਾਂ ਨੇ ਜਿਨ੍ਹਾਂ ਨੇ ਇਸ ਰੂਪ ਦੇ ਵਿੱਚ ਜਿਹੜੇ ਹਲਾਂ ਦੇ ਮੁੱਠੇ ਫੜਨੇ ਸ਼ੁਰੂ ਕੀਤੇ, ਔਜ਼ਾਰਾਂ ਦੇ ਦਸਤੇ ਫੜਨੇ ਸ਼ੁਰੂ ਕੀਤੇ, ਜਦੋਂ ਵਕਤ ਪਿਆ ਉਹਨਾਂ ਹੱਥਾਂ ਨੇ ਸ਼ਮਸ਼ੀਰਾਂ ਵੀ ਫੜ ਲਈਆਂ, ਉਹਨਾਂ ਹੱਥਾਂ 'ਚ ਪਾਇਆ ਆ ਗਈ। ਅਦਰਵਾਈਜ਼ ਸਮੁੱਚਾ ਸਮਾਜ ਜਿਹੜਾ ਸੀਗਾ ਵਿਪਤਾ ਮੁਸੀਬਤ ਮੁਸ਼ਕਲ ਪੈਸਿਵ ਹੁੰਦਾ ਲਗਾ ਗਿਆ। ਜਿਹੜਾ ਜ਼ੋਰਾਵਰ ਸੀਗਾ, ਜਿਹੜਾ ਜ਼ਾਲਮ ਸੀਗਾ, ਉਹ ਕੰਟੀਨਿਊਸਲੀ ਉਹਨਾਂ ਦੇ ਸਿਰ ਦੇ ਉੱਤੇ ਸਵਾਰ ਹੁੰਦਾ ਗਿਆ। ਅਖੀਰ ਜ਼ਿੰਦਗੀ ਸਵਾਏ ਸਲੇਵਰੀ ਤੋਂ, ਗੁਲਾਮੀ ਤੋਂ ਹੋਰ ਕੁਝ ਵੀ ਨਾ ਰਹਿ ਗਏ। ਇਸ ਸਾਰੇ ਨੂੰ ਪ੍ਰੈਕਟੀਕਲੀ ਕਨਵਰਜਨ ਵਿੱਚ ਲਿਆਂਦਾ। ਬਾਣੀ ਕਹਿ ਰਹੀ ਹੈ ਜੋ ਇਸ ਸੰਸਾਰ ਵਿੱਚ ਜਿਹਦੇ 'ਚ ਕਰਤਾਰ ਨੇ ਤੈਨੂੰ ਜਨਮ ਦਿੱਤਾ ਹੈ, ਜੀਵਨ ਦਿੱਤਾ ਹੈ, ਇਹਦੇ ਵਿੱਚ ਤੇਰੀਆਂ ਕੁਝ ਡਿਊਟੀਜ਼ ਨੇ, ਉਹਨਾਂ ਦਾ ਨਿਰਵਾਹ ਕਰ। ਜਪ ਐਸਾ ਹੋਏ ਜਿਹੜਾ ਤੈਨੂੰ ਉਹਨਾਂ ਡਿਊਟੀਆਂ ਤੋਂ ਤੋੜੇ ਨਾ ਬਲਕਿ ਜੋੜੇ, ਬਲਕਿ ਤੈਨੂੰ ਦੱਸੇ ਕਿ ਤੇਰਾ ਅਲਟੀਮੇਟਲੀ ਫਰਜ਼ਾਤ ਕੀ ਹੈਗੇ। ਇਹਦੇ ਬਾਰੇ ਡਿਟੇਲਸ ਵਿਚਾਰ। ਦੋ ਗੱਲਾਂ ਹੁੰਦੀਆਂ ਨੇ, ਇੱਕ ਹੁੰਦਾ ਹੈ ਕੋਈ ਬੰਦਾ ਬਹੁਤ ਗਿਆਨਵਾਨ ਹੈ, ਬੜਾ ਸਮਝਦਾਰ ਆ, ਤੇ ਉਹ ਕਿਸੇ ਨੂੰ ਸਮਝ ਦਿਖਾਉਣ ਦੀ ਬਜਾਏ ਆਪਣੇ ਗਿਆਨ ਦਾ ਹੀ ਮੁਜੱਸਮ ਕਰਦਾ ਰਹੇ, ਲੋਕਾਂ ਨੂੰ ਇਹ ਪਤਾ ਲੱਗੇ ਵੀ ਉਹ ਕਮਾਲ ਹੈ ਜੀ, ਬੜਾ ਗਿਆਨ ਬੜਾ ਹੈ ਜੀ, ਸਮਝ ਬੜੀ ਹੈ। ਪਰ ਜੇ ਲੋਕਾਂ ਨੂੰ ਕੁਝ ਨਾ ਪਤਾ ਲੱਗਾ ਤੇ ਉਹਦਾ ਕੀ ਫਾਇਦਾ ਹੈਗਾ। ਪੁਰਾਣੇ ਸਮੇਂ ਵੈਦਿਕ ਪਰਪਾਟੀ ਦੇ ਵਿੱਚ, ਸਨਾਤਨੀ ਪਰਪਾਟੀ ਦੇ ਵਿੱਚ, ਉਪਨਿਸ਼ਦਾਂ ਦੀ ਪਰਪਾਟੀ ਦੇ ਵਿੱਚ ਬੜੀਆਂ ਫਿਲਾਸਫੀਕਲ ਗੱਲਾਂ ਨੇ, ਪਰ ਉਹ ਫਿਲਾਸਫੀ ਦਾ ਕੀ ਕਰਾਂਗੇ ਜਿਹੜੀ ਲੋਕ ਕਲਿਆਣ ਨਹੀਂ ਕਰ ਸਕਦੀ, ਜਿਹੜੀ ਲੋਕਾਂ ਨੂੰ ਕਿਸੇ ਪਾਸੇ ਲਿਜਾ ਨਹੀਂ ਸਕਦੀ। ਬਾਬਾ ਜੀ ਨੇ ਜਿਹੜੀ ਬਾਤ ਕੀਤੀ, ਹਰ ਚੀਜ਼ ਨੂੰ ਕੰਪਲੈਕਸ ਨਹੀਂ ਕੀਤਾ, ਉਹਨੂੰ ਈਜ਼ੀ ਕੀਤਾ, ਆਸਾਨ ਕੀਤਾ। ਇੱਥੇ ਵੀ ਜ਼ਿਕਰ ਆਇਆ ਕਿਆ ਜਪ ਜਾਪੋਂ ਬਿਨ ਜਗਦੀਸੈ, ਕਾਹਦਾ ਜਪਣਾ ਕਾਹਦਾ ਆਰਾਧਨਾ ਜਗਦੀਸ਼ ਤੋਂ ਬਿਨਾ। ਮਹਾਰਾਜ ਗੱਲ ਨਹੀਂ ਪਕੜ ਜਾ ਰਹੇ, ਦੱਸੋ ਖੋਲ ਕੇ ਦੱਸੋ। ਬਾਬਾ ਜੀ ਕਹਿੰਦੇ ਗੁਰ ਕਾ ਸ਼ਬਦ ਮਹਿਲ ਕਰ ਦੀਸੈ, ਤੂੰ ਅਸਲ ਸਿਮਰਨ ਕਰਨਾ ਹੈ ਨਾ, ਗੁਰੂ ਕਾ ਸ਼ਬਦ ਫੜ। ਐਸਾ ਉਪਦੇਸ਼ ਜਿਹੜਾ ਪ੍ਰੈਕਟੀਕਲੀ ਤੈਨੂੰ ਲਗਾਤਾਰ ਉਸ ਪਾਸੇ ਲਿਜਾਣ ਵਾਸਤੇ ਹੈਲਪਫੁਲ ਹੋਏ, ਜਿਵੇਂ ਬਾਣੀ ਹੈ। ਇਹੋ ਜੀ ਚੀਜ਼ ਨੂੰ, ਇਹ ਸਾਡਾ ਸਿਮਰਨ ਸਾਡੇ ਵਾਸਤੇ ਇਹ ਹੈ, ਗੁਰ ਕਾ ਸ਼ਬਦ ਮਹਿਲ ਕਰ ਦੀਸੈ। ਤੇ ਇਹਦੇ ਨਾਲ ਤੁਹਾਨੂੰ ਫਿਰ ਅਸਲ ਜਿਹੜਾ ਮਹਿਲ ਘਰ ਆ, ਜਿਹੜਾ ਅਸਲ ਮੁਕਾਮ ਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਹਨੂੰ ਤੁਸੀਂ ਸੋਦਰ ਦੀ ਬਾਣੀ 'ਚ ਵੀ ਪੜ੍ਹਦੇ ਹੋ, ਸੋਦਰ ਤੇਰਾ ਕਿਹਾ ਸੋ ਕਰਕੇ ਹਾਜਤ ਬਹਿ ਸਰਬ ਸੰਭਾਲੇ। ਰੱਬ ਜੀ ਤੇਰਾ ਉਹ ਘਰ ਚਾਹੀਦਾ ਜਿੱਥੇ ਬੈਠਾ ਤੂੰ ਸਾਰਿਆਂ ਨੂੰ ਹੀ ਸੰਭਾਲ ਰਿਹਾ, ਸਭ ਨੂੰ ਪ੍ਰਤਪਾਲ ਰਿਹਾ। ਭਾਵ ਤੇਰੇ ਸਭ ਵਿੱਚ ਬੈਠੇ ਹੋਏ ਉਸ ਰੂਪ ਨੂੰ ਵੇਖਣਾ ਚਾਹੁੰਦਾ ਵਾ ਮੈਂ, ਉਹ ਰੂਪ ਵਿਖਾ ਮੈਨੂੰ, ਉਸ ਰੂਪ ਤੋਂ ਬਿਨਾਂ ਮੇਰਾ ਕਲਿਆਣ ਨਹੀਂ। ਇੱਥੇ ਵੀ ਜ਼ਿਕਰ ਆਇਆ ਗੁਰ ਕਾ ਸ਼ਬਦ ਮਹਿਲ ਕਰ ਦੀਸੈ। ਜਦੋਂ ਗੁਰੂ ਕੇ ਸ਼ਬਦ ਦੇ ਉਸ ਰਾਹ ਨੂੰ ਤੁਸੀਂ ਫੋਲੋਵਰ ਹੋਵੋਗੇ, ਫਿਰ ਤੁਹਾਨੂੰ ਵਾਕਿਆ 'ਚ ਸੱਚ ਦਾ ਉਪਦੇਸ਼ ਜਿਹੜਾ ਹੈਗਾ ਉਸ ਜਗ੍ਹਾ ਤੇ ਲੈ ਜਾਏਗਾ ਜਿੱਥੇ ਸਭ ਮੈਂ ਜੋਤ ਜੋਤ ਹੈ, ਸੋਹੇ ਦਾ ਰੰਗ ਤੁਹਾਨੂੰ ਨਜ਼ਰਿਆਬ ਹੋਏਗਾ। ਇਹਦੀ ਵਿਆਖਿਆ ਏਕਮ ਏਕ ਓੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ। ਇੱਥੋਂ ਫਿਰ ਅਗਾਂਹ ਤੁਰੇਗੀ। ਮਹਾਰਾਜ ਉਹਦੀ ਫਰਦਰ ਫਿਰ ਡਿਸਕ੍ਰਿਪਸ਼ਨ ਸਾਨੂੰ ਉਸ ਰੂਪ ਵਿੱਚ ਦੇਣਗੇ। ਅੱਜ ਵਾਸਤੇ ਸਮਾਂ ਸਮਾਪਤ ਹੈ। ਇਹ ਪਾਵਨ ਬਾਣੀ ਦੀ ਵਿਚਾਰ ਲਗਾਤਾਰ ਅਸੀਂ ਅਗਲੇ ਕੁਝ ਰੋਜ਼ ਕਰਦੇ ਚੱਲਾਂਗੇ, ਪਰ ਨਾਲ ਦੀ ਨਾਲ ਅੱਜ ਤੋਂ ਵਿਚਾਰ ਪ੍ਰਾਰੰਭ ਹੋਈ ਹੈ। ਪਰ ਮਾਫੀ ਚਾਹਾਂਗਾ, ਵਿੱਚ ਵਿੱਚ ਮੈਂ ਗੈਰ ਹਾਜ਼ਰ ਵੀ ਹੋਵਾਂਗਾ ਕਿਉਂਕਿ ਮੇਰੀ ਜੌਬ ਦਾ ਹੈਗਾ, ਉੱਥੇ ਜਾਣਾ ਪੈਣਾ ਮੈਨੂੰ। ਸੋ ਕੱਲ੍ਹ ਨੂੰ ਮੈਂ ਨਹੀਂ ਹੋਵਾਂਗਾ, ਆਉਂਦੇ ਕੱਲ੍ਹ ਤੋਂ ਅਗਲੇ ਰੋਜ਼ ਫਿਰ ਸੇਮ ਇਸੇ ਤਰੀਕੇ ਦੇ ਨਾਲ ਅਸੀਂ ਦੀਵਾਨ ਚਲਾਵਾਂਗੇ। ਆਪ ਸੰਗਤ ਬੜਾ ਪਿਆਰ ਕਰਦੇ ਹੋ, ਬੜੀ ਅਸੀਸ ਦਿੰਦੇ ਹੋ ਹਮੇਸ਼ਾ। ਇਸ ਵਾਰ ਵੀ ਉਸੇ ਰੂਪ ਵਿੱਚ ਆਸਾਰ ਕਹਾਂਗਾ, ਇਸ ਗੱਲ ਦੀ ਆਸ ਰੱਖਾਂਗਾ ਕਿ ਆਪ ਦੀ ਅਸੀਸ ਪ੍ਰਾਪਤ ਹੋਏਗੀ। ਭਾਈ ਸਾਹਿਬ ਸਮਾਪਨ ਕਰਾਉਣਗੇ। ਮੈਂ ਇਜਾਜ਼ਤ ਚਾਹਾਂਗਾ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ